Punjabi Whiteboard presents. ਭਾਰਤ ਮਾਂ ਕਵਿਤਾ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ। ਪੰਜਾਬੀ ਵਾਈਟਬੋਰਡ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਆਰਪੀ ਸਿੰਘ ਤੇ ਅੱਜ ਅਸੀਂ ਹੇ ਪਿਆਰੀ ਭਾਰਤ ਮਾਂ ਕਵੀ ਤੇਰਾ ਸਿੰਘ ਚੰਨ ਦੀ ਲਿਖੀ ਹੋਈ ਕਵਿਤਾ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਕਵਿਤਾ ਦਾ ਆਦਰਸ਼ ਪਾਠ ਕਰਦੇ ਹਾਂ। हे प्यारी भारत मां, हे प्यारी भारत मां, असी तेनू सीस निवांदे हां, तेरे तो सदके जांदे हां। हे प्यारी भारत मां, सानू लोरियां दित्तियां मां, तेरे गिद्धियां दी बोली ने, सानू हसना दस्सिया मां, तेरे भंगड़े दी टोली ने। असी डिग डिग होए जवान, ना समझे सानू कोई नदान, अगा नू कदम वधांदे हां। हे प्यारी भारत मां, तेरे तो सीस निवांदे हां। सानू तुरना दस्सिया मां, तेरे वगदे दरियावां ने, सानू नचना दस्सिया मां, लहरां दियां सोखी अदावां ने। तेरी मिठड़ी मस्त हवा, सानू अर्शी दे पुचा, सुरग नू कोल बुलांदे हां। हे प्यारी भारत मां, असी तेनू सीस निवांदे हां। सानू हिम्मत दित्ती मां, तेरे इस उच्च हिमालय ने, सानू दिता सच ने आ, गंगा दे की उछाले ने। तेरे हरे भरे ने खेत, कि तेरी सोने वर्गी रेत, मत्थे ते तूड़ी लांदे हां। हे प्यारी भारत मां, असी तेनू सीस निवांदे हां। सानू जिउणा दस्सिया मां, तेरी मस्त बहारां ने, सानू मरना दस्सिया मां, भगत सिंह जय सरदारां ने। साडे बुद्ध वर्गे भगवान ते साडे गांधी जय इंसान, उन्हां तो सिक्ख्या पांदे हां। हे प्यारी भारत मां, असी तेनू सीस निवांदे हां। असी सौं खांदे हां मां, भगत सिंह दी कुर्बानी दी, असी सौं खांदे हां मां, तेरी झांसी दी रानी दी। वल तेरे जेड़ा तकेगा, ओ साथों बच नहीं सकेगा, असी ये कसमां खांदे हां। हे प्यारी भारत मां, असी तेनू सीस निवांदे हां, असी तेनू सीस निवांदे हां। सो ਇਹ ਤਾਂ ਸੀ ਜੀ ਕਵਿਤਾ ਦਾ ਪਾਠ हे ਪਿਆਰੀ ਭਾਰਤ ਮਾਂ, ਜਿਹੜੀ ਕਿ ਕਵੀ ਤੇਰਾ ਸਿੰਘ ਚੰਨ ਦੀ ਲਿਖੀ ਹੋਈ ਹੈ। ਅਗਰ ਅਸੀਂ ਇਸ ਦੇ ਕਵੀ ਤੇਰਾ ਸਿੰਘ ਦੇ ਜੀਵਨ ਬਾਰੇ ਗੱਲ ਕਰੀਏ ਤਾਂ 6 ਜਨਵਰੀ 1921 ਦੇ ਵਿੱਚ ਪਿੰਡ ਬਿਲਾਵਲ, ਤਹਿਸੀਲ ਫਤਿਹਗੰਜ, ਜ਼ਿਲ੍ਹਾ ਕੈਂਬਲਪੁਰ, ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਮੇਲਾ ਸਿੰਘ ਤੇ ਮਾਤਾ ਦਾ ਨਾਮ ਜੀਵੀ ਜੀ ਸੀ। ਤੇਰਾ ਸਿੰਘ ਨੇ ਕਵਿਤਾਵਾਂ ਦੇ ਨਾਲ ਨਾਲ ਗਜ਼ਲਾਂ, ਓਪੇਰੇ, ਨਾਟਕ, ਗੀਤ ਤੇ ਨਾਟਕ ਵੀ ਲਿਖੇ ਤੇ ਇਸ ਤਰ੍ਹਾਂ ਸਾਹਿਤ ਦੇ ਖੇਤਰ ਵਿੱਚ ਉਹਨਾਂ ਨੇ ਆਪਣੀ ਬਹੁਤ ਨਿੱਘਰ ਹਾਜ਼ਰੀ ਲਗਵਾਈ। ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਦੀ ਗੱਲ ਕਰੀਏ ਤਾਂ ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਇਹ ਜਿਹੜੀਆਂ ਉਹਨਾਂ ਦੀਆਂ ਕਾਵਿ ਪੁਸਤਕਾਂ ਹਨ। ਇਸ ਤੋਂ ਇਲਾਵਾ ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ, ਇਹ ਤੇਰਾ ਸਿੰਘ ਦੇ ਲਿਖੇ ਹੋਏ ਕਾਵਿ ਨਾਟਕ ਹਨ ਜਿਹੜੇ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੋਏ। ਹੁਣ ਅਸੀਂ ਕਵਿਤਾ ਦੀ ਵਿਆਖਿਆ ਕਰਾਂਗੇ ਤਾਂ ਵਿਆਖਿਆ ਤੋਂ ਪਹਿਲਾਂ ਇਸ ਕਵਿਤਾ ਦੇ ਵਿੱਚ ਆਏ ਕੁਝ ਸ਼ਬਦ ਉਹਨਾਂ ਦੇ ਅਰਥ ਦੇਖ ਲੈਂਦੇ ਹਾਂ। ਸੀਸ ਕਹਿੰਦੇ ਨੇ ਸਿਰ ਨੂੰ, ਸਦਕੇ ਕੁਰਬਾਨ, ਸਦਕੇ ਜਾਣਾ ਕੁਰਬਾਨ ਜਾਣਾ, ਸਦਕੇ ਮਿੰਜ ਕੁਰਬਾਨ, ਨਾਦਾਨ ਬੇਸਮਝ, ਸ਼ੋਖ ਚੰਚਲ, ਅਦਾਵਾਂ ਨਖਰੇ, ਅਰਸੀ ਆਕਾਸ਼ ਵਿੱਚ, ਧੂੜੀ ਮਿੱਟੀ ਤੇ ਕਸਮ ਸੌਂ। ਤਾਂ ਇਹ ਇਸ ਕਵਿਤਾ ਦੇ ਵਿੱਚ ਕੁਝ ਨਵੇਂ ਸ਼ਬਦ ਆਏ ਹਨ ਤੇ ਉਹਨਾਂ ਦੇ ਅਰਥ ਹਨ। ਹੁਣ ਅਸੀਂ ਕਵਿਤਾ ਹੇ ਪਿਆਰੀ ਭਾਰਤ ਮਾਂ ਦੀ ਵਿਆਖਿਆ ਦੇਖਦੇ ਹਾਂ। ਕਵੀ ਕਹਿੰਦਾ ਹੈ, ਹੇ ਪਿਆਰੀ ਭਾਰਤ ਮਾਂ,
ਅਸੀਂ ਤੈਨੂੰ ਸ਼ੀਸ਼ ਨਿਵਾਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ। ਤਾਂ ਕਵੀ ਹੈ ਜਿਹੜੀ ਭਾਰਤ ਦੀ ਮਿੱਟੀ ਨੂੰ ਨਮਸਕਾਰ ਕਰਦਾ ਹੈ ਤੇ ਉਸ ਨੂੰ ਸ਼ੀਸ਼ ਨਿਵਾਉਂਦਾ ਹੋਇਆ ਕਹਿੰਦਾ ਹੈ, ਹੇ ਮਾਂ, ਅਸੀਂ ਤੇਰੇ ਤੋਂ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ। ਸਾਨੂੰ ਲੋਰੀਆਂ ਦਿੱਤੀਆਂ ਮਾਂ ਤੇਰੇ ਗਿੱਧਿਆਂ ਦੀ ਬੋਲੀ ਨੇ। ਤਾਂ ਕਵੀ ਭਾਰਤ ਮਾਤਾ ਦੀ ਪ੍ਰਸ਼ੰਸਾ ਕਰਦਾ ਹੋਇਆ ਕਹਿ ਰਿਹਾ ਕਿ ਹੇ ਮਾਂ, ਅਸੀਂ ਤੇਰੀ ਮਿੱਟੀ 'ਚੋਂ ਜਨਮ ਲਿਆ ਹੈ, ਤੇਰੀ ਧਰਤੀ ਤੇ ਜਿਹੜੀਆਂ ਲੋਰੀਆਂ ਮਿਲੀਆਂ ਨੇ, ਗਿੱਧੇ ਪੈਂਦੇ ਨੇ, ਉਹਨਾਂ ਨੇ ਸਾਨੂੰ ਲੋਰੀਆਂ ਦੇ ਕੇ ਪਾਲਿਆ ਹੈ। ਸਾਨੂੰ ਹੱਸਣਾ ਦੱਸਿਆ ਮਾਂ ਤੇਰੇ ਭੰਗੜੇ ਦੀ ਟੋਲੀ ਨੇ। ਹੇ ਮਾਂ, ਤੇਰੀ ਧਰਤੀ ਤੇ ਜਿਹੜੇ ਭੰਗੜੇ ਪੈਂਦੇ ਹਨ, ਉਹਨਾਂ ਨੇ ਸਾਨੂੰ ਹੱਸਣ ਦੀ ਜਾਚ ਸਿਖਾਈ ਹੈ। ਅਸੀਂ ਡਿੱਗ ਡਿੱਗ ਹੋਏ ਜਵਾਨ, ਨਾ ਸਮਝੇ ਕੋਈ ਨਾਦਾਨ, ਅਗਾਂਹ ਨੂੰ ਕਦਮ ਵਧਾਉਂਦੇ ਹਾਂ। ਅਸੀਂ ਇਸ ਮਿੱਟੀ ਤੇ ਡਿੱਗ ਡਿੱਗ ਕੇ ਜਵਾਨ ਹੋ ਗਏ ਹਾਂ, ਸਾਨੂੰ ਹੁਣ ਸਮਝ ਆ ਗਈ ਹੈ। ਸਾਨੂੰ ਕੋਈ ਵੀ ਬੇਸਮਝ ਨਾ ਸਮਝੇ, ਹੁਣ ਅਸੀਂ ਤਰੱਕੀ ਕਰਦੇ ਜਾਣਾ ਹੈ, ਅੱਗੇ ਨੂੰ ਵੱਧਦੇ ਹੀ ਜਾਣਾ ਹੈ। ਸਾਨੂੰ ਤੁਰਨਾ ਦੱਸਿਆ ਮਾਂ ਤੇਰੇ ਵਗਦੇ ਦਰਿਆਵਾਂ ਨੇ। ਹੇ ਮਾਂ, ਤੇਰੀ ਧਰਤੀ ਤੇ ਜਿਹੜੀਆਂ ਨਦੀਆਂ ਵਹਿੰਦੀਆਂ ਹਨ, ਦਰਿਆ ਵਹਿੰਦੇ ਹਨ, ਉਹਨਾਂ ਨੇ ਸਾਨੂੰ ਤੁਰਨ ਦਾ ਵੱਲ ਸਿਖਾਇਆ ਹੈ। ਸਾਨੂੰ ਨੱਚਣਾ ਦੱਸਿਆ ਮਾਂ ਲਹਿਰਾਂ ਦੀਆਂ ਸ਼ੋਖ ਅਦਾਵਾਂ ਨੇ। ਇਹਨਾਂ ਦਰਿਆਵਾਂ ਦੇ ਵਿੱਚ ਜਿਹੜੀਆਂ ਚੰਚਲ ਲਹਿਰਾਂ ਉੱਠਦੀਆਂ ਹਨ, ਉਹਨਾਂ ਲਹਿਰਾਂ ਨੇ ਸਾਨੂੰ ਨੱਚਣ ਦਾ ਵੱਲ ਸਿਖਾਇਆ ਹੈ। ਤੇਰੀ ਮਿੱਠੜੀ ਮਸਤ ਹਵਾ ਸਾਨੂੰ ਅਰਸ਼ੀ ਦੇ ਪਹੁੰਚਾ, ਸੁਰਗ ਨੂੰ ਕੋਲ ਬੁਲਾਉਂਦੇ ਹਾਂ। ਹੇ ਮਾਂ, ਤੇਰੀ ਧਰਤੀ ਤੇ ਜਿਹੜੀਆਂ ਮਿੱਠੀਆਂ ਮਸਤ ਬਹਾਰਾਂ ਭਰੀਆਂ ਖੁਸ਼ਬੂ ਭਰੀਆਂ ਹਵਾਵਾਂ ਚੱਲਦੀਆਂ ਹਨ, ਉਹਨਾਂ ਹਵਾਵਾਂ ਦੇ ਵਿੱਚ, ਮਸਤ ਹਵਾਵਾਂ ਦੇ ਵਿੱਚ ਬੈਠ ਕੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸਮਾਨ ਦੇ ਵਿੱਚ ਹੋਈਏ ਤੇ ਅਸੀਂ ਸੁਰਗ ਨੂੰ ਕੋਲ ਮਹਿਸੂਸ ਕਰਦੇ ਹਾਂ। ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਸੁਰਗ ਦੇ ਵਿੱਚ ਬੈਠੇ ਹੋਈਏ। ਸਾਨੂੰ ਹਿੰਮਤ ਦਿੱਤੀ ਮਾਂ ਤੇਰੇ ਇਸ ਉੱਚ ਹਿਮਾਲੇ ਨੇ। ਹੇ ਮਾਂ, ਤੇਰੀ ਧਰਤੀ ਦੇ ਉੱਤਰ ਵਾਲੇ ਪਾਸੇ ਵੱਲ ਜਿਹੜਾ ਹਿਮਾਲਾ ਪਰਬਤ ਹੈ, ਉਸ ਨੇ ਸਾਨੂੰ ਹਿੰਮਤ ਦਿੱਤੀ ਹੈ, ਤਾਕਤ ਦਿੱਤੀ ਹੈ, ਹੌਸਲਾ ਦਿੱਤਾ ਹੈ। ਸਾਨੂੰ ਦਿੱਤੇ ਸੱਚ ਨਿਆਂ ਗੰਗਾ ਦੇ ਇੱਕੋ ਛਾਲੇ ਨੇ। ਤੇਰੀ ਧਰਤੀ ਤੇ ਜਿਹੜੀ ਪਵਿੱਤਰ ਗੰਗਾ ਨਦੀ ਵਹਿੰਦੀ ਹੈ, ਉਸ ਨੇ ਸਾਨੂੰ ਸੱਚ ਬੋਲਣ ਤੇ ਨਿਆਂ ਕਰਨ ਦੀ ਪ੍ਰੇਰਨਾ ਦਿੱਤੀ ਹੈ। ਤੇਰੇ ਹਰੇ ਭਰੇ ਨੇ ਖੇਤ ਕਿ ਤੇਰੀ ਸੋਨੇ ਵਰਗੀ ਰੇਤ ਮੱਥੇ ਧੂੜੀ ਲਾਉਂਦੇ ਹਾਂ। ਹੇ ਮਾਂ, ਤੇਰੀ ਧਰਤੀ ਮਿੱਟੀ ਬਹੁਤ ਉਪਜਾਊ ਹੈ, ਤੇਰੇ ਖੇਤ ਨੇ ਜਿਹੜੇ ਹਰੇ ਭਰੇ ਹਨ, ਤੇਰੀ ਜਿਹੜੀ ਮਿੱਟੀ ਹੈ ਉਹ ਸੋਨਾ ਉਗਲਦੀ ਹੈ, ਫਸਲਾਂ ਇੱਥੇ ਸੋਨੇ ਵਰਗੀਆਂ ਹੁੰਦੀਆਂ ਹਨ। ਇਸੇ ਕਰਕੇ ਅਸੀਂ ਇਸ ਮਿੱਟੀ ਦਾ ਤਿਲਕ ਕਰਦੇ ਹਾਂ, ਤੈਨੂੰ ਨਮਸਕਾਰ ਕਰਦੇ ਹਾਂ। ਸਾਨੂੰ ਜਿਉਣਾ ਦੱਸਿਆ ਮਾਂ ਤੇਰੀਆਂ ਮਸਤ ਬਹਾਰਾਂ ਨੇ। ਹੇ ਮਾਂ, ਤੇਰੀ ਧਰਤੀ ਤੇ ਬਹੁਤ ਸਾਰੀਆਂ ਰੁੱਤਾਂ ਆਉਂਦੀਆਂ ਹਨ, ਜਿਹੜੀਆਂ ਮਸਤ ਪਤਝੜ ਦੇ ਪਿੱਛੋਂ ਬਹਾਰ ਦੀ ਰੁੱਤ ਆਉਂਦੀ ਹੈ, ਉਸ ਨੇ ਸਾਨੂੰ ਦੁੱਖ ਦੇ ਪਿੱਛੋਂ ਸੁੱਖ ਵੀ ਆਉਂਦੇ ਹਨ। ਤਾਂ ਅਸੀਂ ਜਿਉਣਾ ਕਿਸ ਤਰ੍ਹਾਂ ਹੈ, ਇਹ ਸਾਨੂੰ ਬਹਾਰ ਦੀ ਰੁੱਤ ਸਿਖਾਉਂਦੀ ਹੈ। ਸਾਨੂੰ ਮਰਨਾ ਦੱਸਿਆ ਮਾਂ ਭਗਤ ਸਿੰਘ ਜੈ ਸਰਦਾਰਾਂ ਨੇ। ਦੇਸ਼ ਦੇ ਉੱਤੋਂ ਕੁਰਬਾਨ ਕਿੱਦਾਂ ਹੋਈਦਾ ਹੈ, ਦੇਸ਼ ਨੂੰ ਜੇਕਰ ਜਾਨ ਦੀ ਵੀ ਲੋੜ ਹੈ ਤਾਂ ਜਾਨ ਕਿਵੇਂ ਕੁਰਬਾਨ ਕੀਤੀ ਹੈ, ਇਹ ਸਾਡੇ ਦੇਸ਼ ਭਗਤਾਂ ਨੇ ਸਾਨੂੰ ਸਿਖਾਇਆ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ, ਸੁਭਾਸ਼ ਚੰਦਰ ਬੋਸ, ਬਟਕੇਸ਼ਵਰ ਦੱਤ, ਬਹੁਤ ਲੰਬੀ ਲਿਸਟ ਹੈ ਇਹਨਾਂ ਦੇਸ਼ ਭਗਤਾਂ ਦੀ। ਤਾਂ ਉਹਨਾਂ ਨੇ ਸਾਨੂੰ ਦੇਸ਼ ਉੱਤੋਂ ਮਰਨਾ ਸਿਖਾਇਆ ਹੈ। ਸਾਡੇ ਬੁੱਧ ਵਰਗੇ ਭਗਵਾਨ ਤੇ ਸਾਡੇ ਗਾਂਧੀ ਜਿਹੇ ਇਨਸਾਨ ਉਹਨਾਂ ਤੋਂ ਸਿੱਖਿਆ ਪਾਉਂਦੇ ਹਾਂ। ਹੇ ਮਾਂ, ਤੇਰੀ ਧਰਤੀ ਤੇ ਬੁੱਧ ਵਰਗੇ ਭਗਵਾਨਾਂ ਨੇ ਜਨਮ ਲਿਆ ਹੈ, ਗਾਂਧੀ ਵਰਗੇ ਇਨਸਾਨ ਇੱਥੇ ਪੈਦਾ ਹੋਏ ਹਨ। ਉਹਨਾਂ ਤੋਂ ਸਾਨੂੰ ਚੰਗਾ ਕਰਨ ਦੀ ਪ੍ਰੇਰਨਾ ਮਿਲਦੀ ਹੈ, ਚੰਗਾ ਕਰਨ ਦੀ, ਦੂਜਿਆਂ ਦਾ ਭਲਾ ਕਰਨ ਦੀ, ਪਰਉਪਕਾਰ ਕਰਨ ਦੀ ਪ੍ਰੇਰਨਾ ਉਹਨਾਂ ਤੋਂ ਮਿਲਦੀ ਹੈ। ਅਸੀਂ ਸਹੁੰ ਖਾਂਦੇ ਹਾਂ ਮਾਂ ਭਗਤ ਸਿੰਘ ਦੀ ਕੁਰਬਾਨੀ ਦੀ, ਅਸੀਂ ਸਹੁੰ ਖਾਂਦੇ ਹਾਂ ਮਾਂ ਤੇਰੀ ਝਾਂਸੀ ਦੀ ਰਾਣੀ ਦੀ। ਤਾਂ ਕਵੀ ਕਹਿੰਦਾ ਹੈ ਕਿ ਹੇ ਮਾਂ, ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ ਤੇ ਅੱਜ ਇਹ ਕਸਮਾਂ ਚੁੱਕਦੇ ਹਾਂ, ਭਗਤ ਸਿੰਘ ਦੀ ਕੁਰਬਾਨੀ ਦੀ ਸਹੁੰ ਖਾ ਕੇ ਕਹਿੰਦੇ ਹਾਂ ਤੇ ਤੇਰੀ ਜਿਹੜੀ ਧਰਤੀ ਤੇ ਝਾਂਸੀ ਦੀ ਰਾਣੀ ਹੋਈ ਹੈ, ਜਿਹੜੀ ਅੰਗਰੇਜ਼ਾਂ ਦੇ ਖਿਲਾਫ ਲੜਦੀ ਹੋਈ ਸ਼ਹੀਦ ਹੋ ਗਈ ਸੀ, ਉਸ ਦੀ ਸਹੁੰ ਖਾ ਕੇ ਕਹਿੰਦੇ ਹਾਂ, ਵੱਲ ਤੇਰੇ ਜਿਹੜਾ ਤੱਕੇਗਾ ਉਹ ਸਾਥੋਂ ਬਚ ਨਹੀਂ ਸਕੇਗਾ। ਅਸੀਂ ਇਹ ਕਸਮਾਂ ਖਾਂਦੇ ਹਾਂ ਕਿ ਕੋਈ ਵੀ ਦੁਸ਼ਮਣ ਤੇਰੇ ਵੱਲ ਬੁਰੀ ਨਿਗਾਹ ਨਾਲ ਦੇਖੇਗਾ ਤਾਂ ਉਹ ਸਾਡੇ ਹੱਥ ਤੋਂ ਬਚ ਨਹੀਂ ਸਕਦਾ। ਅਸੀਂ ਜਾਨ ਤੇ ਖੇਡ ਕੇ ਵੀ ਤੇਰੀ ਰੱਖਿਆ ਕਰਾਂਗੇ। ਅਸੀਂ ਇਹ ਕਸਮਾਂ ਖਾਂਦੇ ਹਾਂ, ਅਸੀਂ ਇਹ ਤੇਰੇ ਨਾਲ ਪ੍ਰਣ ਕਰਦੇ ਹਾਂ। ਤਾਂ ਇਹ ਤਾਂ ਸੀ ਜੀ ਹੇ ਪਿਆਰੀ ਭਾਰਤ ਮਾਂ ਤੇਰਾ ਸਿੰਘ ਚੰਨ ਦੀ ਲਿਖੀ ਹੋਈ ਕਵਿਤਾ, ਉਸ ਦੀ ਵਿਆਖਿਆ। ਹੁਣ ਇਸ ਕਵਿਤਾ ਤੇ ਆਧਾਰਿਤ ਪ੍ਰਸ਼ਨ ਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ। ਪ੍ਰਸ਼ਨ ਹੈ, ਸਾਨੂੰ ਭਾਰਤ ਮਾਂ ਕਿਉਂ ਪਿਆਰੀ ਲੱਗਦੀ ਹੈ? ਇਸ ਦਾ ਉੱਤਰ ਹੈ,
ਭਾਰਤ ਮਾਂ ਸਾਨੂੰ ਇਸ ਲਈ ਪਿਆਰੀ ਲੱਗਦੀ ਹੈ ਕਿਉਂਕਿ ਅਸੀਂ ਇਸ ਧਰਤੀ ਤੇ ਜਨਮ ਲਿਆ ਹੈ। ਇਹ ਸਾਡੀ ਮਾਤ ਭੂਮੀ ਹੈ। ਇਸ ਨੇ ਸਾਨੂੰ ਲੋਰੀਆਂ ਦੇ ਕੇ ਪਾਲਿਆ ਹੈ। ਇਸ ਤੇ ਅਸੀਂ ਡਿੱਗ ਡਿੱਗ ਕੇ ਜਵਾਨ ਹੋਏ ਹਾਂ। ਇਸ ਨੇ ਸਾਨੂੰ ਜੀਵਨ ਬਖਸ਼ਿਆ ਹੈ। ਇਸ ਕਰਕੇ ਸਾਨੂੰ ਪਿਆਰੀ ਲੱਗਦੀ ਹੈ। ਪ੍ਰਸ਼ਨ ਹੈ, ਅਸੀਂ ਭਾਰਤ ਮਾਂ ਦਾ ਸਤਿਕਾਰ ਕਿਉਂ ਕਰਦੇ ਹਾਂ? ਕਿਉਂਕਿ ਇਹ ਸਾਡੀ ਜਨਮ ਭੂਮੀ ਹੈ। ਇੱਥੇ ਅਸੀਂ ਜਨਮ ਲਿਆ ਹੈ। ਭਾਰਤ ਮਾਂ ਨੇ ਸਾਨੂੰ ਸਹੀ ਜੀਵਨ ਜਿਉਣ ਦੀ ਜਾਚ ਸਿਖਾਈ ਹੈ। ਇਸ ਕਰਕੇ ਅਸੀਂ ਇਸ ਦਾ ਸਤਿਕਾਰ ਕਰਦੇ ਹਾਂ। ਪ੍ਰਸ਼ਨ ਹੈ, ਸਾਨੂੰ ਹੱਸਣ ਤੇ ਨੱਚਣ ਦੀ ਜਾਚ ਕਿਸ ਕਿਸ ਤੋਂ ਮਿਲੀ ਹੈ? ਤਾਂ ਉੱਤਰ ਹੈ, ਜਿਹੜੀ ਹੱਸਣ ਦੀ ਜਾਚ ਹੈ ਉਹ ਭੰਗੜੇ ਦੀ ਟੋਲੀ ਤੋਂ, ਤੇ ਨੱਚਣ ਦੀ ਜਾਚ ਦਰਿਆਵਾਂ ਦੇ ਵਿੱਚ ਜਿਹੜੀਆਂ ਚੰਚਲ ਲਹਿਰਾਂ ਉੱਠਦੀਆਂ ਨੇ ਉਹਨਾਂ ਤੋਂ ਮਿਲਦੀ ਹੈ। ਅਗਲਾ ਪ੍ਰਸ਼ਨ, ਸਾਨੂੰ ਹਿੰਮਤ ਤੇ ਸੱਚ ਬੋਲਣ ਦੀ ਪ੍ਰੇਰਨਾ ਕਿੱਥੋਂ ਮਿਲਦੀ ਹੈ? ਤਾਂ ਹਿਮਾਲਿਆ ਪਰਬਤ ਤੋਂ ਸਾਨੂੰ ਹਿੰਮਤ ਮਿਲਦੀ ਹੈ ਤੇ ਗੰਗਾ ਨਦੀ ਤੋਂ ਸਾਨੂੰ ਸੱਚ ਬੋਲਣ ਤੇ ਨਿਆਂ ਕਰਨ ਦੀ ਪ੍ਰੇਰਨਾ ਮਿਲਦੀ ਹੈ। ਪ੍ਰਸ਼ਨ, ਸਾਨੂੰ ਕੁਰਬਾਨੀ ਕਰਨ ਦੀ ਸਿੱਖਿਆ ਕਿਸ ਤੋਂ ਮਿਲਦੀ ਹੈ? ਸਾਨੂੰ ਕੁਰਬਾਨੀ ਕਰਨ ਦੀ ਸਿੱਖਿਆ ਜਿਹੜੇ ਸਾਡੇ ਦੇਸ਼ ਭਗਤ ਹੋਏ ਹਨ, ਜਿਨ੍ਹਾਂ ਨੇ ਦੇਸ਼ ਤੋਂ ਜਾਨ ਕੁਰਬਾਨ ਕਰ ਦਿੱਤੀ, ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਵਰਗੇ ਵੀਰ, ਉਹਨਾਂ ਦੇਸ਼ ਭਗਤਾਂ ਤੋਂ ਸਾਨੂੰ ਕੁਰਬਾਨੀ ਕਰਨ ਦੀ ਸਿੱਖਿਆ ਮਿਲਦੀ ਹੈ। ਪ੍ਰਸ਼ਨ ਹੈ, ਪਿਆਰੀ ਭਾਰਤ ਮਾਂ ਕਵਿਤਾ ਕਿਸ ਦੀ ਲਿਖੀ ਹੋਈ ਹੈ? ਤਾਂ ਇਹ ਕਵਿਤਾ ਪੰਜਾਬ ਦੇ ਪ੍ਰਸਿੱਧ ਕਵੀ ਤੇਰਾ ਸਿੰਘ ਚੰਦ ਦੀ ਰਚਨਾ ਹੈ। ਕਵਿਤਾ ਦੇ ਵਿੱਚ ਕੁਝ ਸ਼ਬਦ ਆਏ ਹਨ, ਉਹਨਾਂ ਸ਼ਬਦਾਂ ਨੂੰ ਵਾਕਾਂ ਦੇ ਵਿੱਚ ਵਰਤੋ, ਜਿਸ ਤਰ੍ਹਾਂ ਸੀਸ, ਲੋਰੀਆਂ, ਟੋਲੀ, ਨਾਦਾਨ, ਸੁਰਗ, ਹਿੰਮਤ, ਕੁਰਬਾਨੀ, ਲਹਿਰਾਂ ਤੇ ਭੰਗੜਾ। ਤਾਂ ਇਸ ਦਾ ਉੱਤਰ ਹੈ, ਪਹਿਲਾ ਸ਼ਬਦ ਲੈਂਦੇ ਹਾਂ ਸੀਸ। ਤਾਂ ਸੀਸ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤਾਂਗੇ, ਅਸੀਂ ਭਾਰਤ ਮਾਂ ਅੱਗੇ ਸੀਸ ਨਿਵਾਉਂਦੇ ਹਾਂ। ਜਾਂ ਤੁਸੀਂ ਆਪਣੇ ਅਨੁਸਾਰ ਬੱਚੇ ਕੁਝ ਵੀ ਬਣਾ ਸਕਦੇ ਹੋ। ਸਾਡਾ ਸੀਸ ਕਦੇ ਵੀ ਦੁਸ਼ਮਣ ਅੱਗੇ ਨਹੀਂ ਝੁਕੇਗਾ। ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਖਾਤਰ ਸੀਸ ਦਿੱਤਾ। ਲੋਰੀਆਂ, ਮਾਂ ਬੱਚੇ ਨੂੰ ਲੋਰੀਆਂ ਸੁਣਾਉਂਦੀ ਹੈ। ਤੀਸਰਾ ਸ਼ਬਦ ਹੈ ਟੋਲੀ, ਭੰਗੜੇ ਦੀ ਟੋਲੀ ਨੇ ਸਾਨੂੰ ਹੱਸਣਾ ਸਿਖਾਇਆ ਹੈ। ਭੰਗੜੇ ਦੀ ਟੋਲੀ ਨੇ ਸਾਨੂੰ ਹੱਸਣਾ ਸਿਖਾਇਆ ਹੈ। ਨਾਦਾਨ, ਬੱਚੇ ਨਾਦਾਨ ਹੁੰਦੇ ਹਨ। ਪੰਜਵਾਂ ਸ਼ਬਦ ਹੈ ਸੁਰਗ, ਇਸ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤਾਂਗੇ, ਭਾਰਤ ਭੂਮੀ ਦੀ ਮਸਤ ਹਵਾ ਸਾਨੂੰ ਸੁਰਗ ਵਰਗੀ ਲੱਗਦੀ ਹੈ। ਉਸ ਤੋਂ ਬਾਅਦ ਹੈ ਸ਼ਬਦ ਹਿੰਮਤ, ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਜਾਂ ਮੁਸੀਬਤ ਵੇਲੇ ਸਾਨੂੰ ਹਿੰਮਤ ਤੋਂ ਕੰਮ ਲੈਣਾ ਚਾਹੀਦਾ ਹੈ। ਸਹੁੰ, ਕਸਮ, ਅਸੀਂ ਦੇਸ਼ ਲਈ ਕੁਰਬਾਨ ਹੋਣ ਦੀ ਸਹੁੰ ਖਾਂਦੇ ਹਾਂ। ਕੁਰਬਾਨੀ, ਭਗਤ ਸਿੰਘ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਲਹਿਰਾਂ, ਲਹਿਰਾਂ ਦੀਆਂ ਸ਼ੋਖ ਅਦਾਵਾਂ ਨੇ ਸਾਨੂੰ ਨੱਚਣ ਦਾ ਵੱਲ ਸਿਖਾਇਆ ਹੈ। ਭੰਗੜਾ, ਭੰਗੜਾ ਪੰਜਾਬ ਦਾ ਇੱਕ ਲੋਕ ਨਾਚ ਹੈ, ਜਾਂ ਗੱਭਰੂ ਮੁੰਡੇ ਬਹੁਤ ਸੋਹਣਾ ਭੰਗੜਾ ਪਾ ਰਹੇ ਹਨ, ਜਾਂ ਸਾਡੇ ਸਕੂਲ ਦੀ ਭੰਗੜਾ ਟੀਮ ਜ਼ਿਲ੍ਹੇ ਵਿੱਚ ਪਹਿਲੇ ਨੰਬਰ ਤੇ ਆਈ। ਤਾਂ ਇਸ ਤਰ੍ਹਾਂ ਦੇ ਸ਼ਬਦ ਨੇ ਜਿਹੜੇ ਉਹਨਾਂ ਨੂੰ ਅਸੀਂ ਵਾਕਾਂ ਦੇ ਵਿੱਚ ਪ੍ਰਯੋਗ ਕਰ ਸਕਦੇ ਹਾਂ। ਸੋ ਇਹ ਸੀ ਜੀ ਕਵਿਤਾ ਹੈ ਪਿਆਰੀ ਭਾਰਤ ਮਾਂ, ਉਸ ਦੀ ਵਿਆਖਿਆ, ਉਸ ਦੇ ਪ੍ਰਸ਼ਨ ਉੱਤਰ ਤੇ ਕਵਿਤਾ ਦਾ ਆਦਰਸ਼ ਪਾਠ। ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। Thanks for watching this video. Please like and share this video. Also subscribe channel Punjabi Whiteboard.